प्यारे साथियों, जय भीम, जय भारत, नमो बुद्धा, गुरु फतेह। लगभग 20-25 दिन बाद ਅੱਜ ਥੋੜ੍ਹੀਆਂ ਜਿਹੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਨੂੰ ਦਿਲ ਕੀਤਾ ਹੈ। ਇੱਕ ਬਹੁਤ ਮਹੱਤਵਪੂਰਨ ਵਿਸ਼ਾ ਮੇਰੇ ਜ਼ਿਹਨ ਵਿੱਚ ਆਇਆ। ਪਿਛਲੇ ਕਈ ਦਿਨਾਂ 'ਚ ਮੈਂ ਕਦੀ ਕਦੀ ਛੋਟੇ ਵੀਰ ਸ਼ਿੰਦਾ ਨੂੰ ਸੁਣਦਾ ਹਾਂ, ਹੋਰ ਲੋਕਾਂ ਨੂੰ ਵੀ ਸੁਣਦਾ ਹਾਂ। ਜਦੋਂ ਦਿਲ ਕਰਦਾ ਹੈ, ਕੋਸ਼ਿਸ਼ ਕਰਦਾ ਮੈਂ ਕਿ ਖਾਸ ਗੱਲਬਾਤ ਸੁਣੀ ਜਾਵੇ, ਤਾਂ ਕਦੇ ਕਦੇ ਸੁਣਦਿਆਂ ਸ਼ਿੰਦਾ ਨੂੰ ਵੀ ਸੁਣਦਾ ਹਾਂ ਤਾਂ ਉਸਦੇ ਪਿਛਲੇ ਭਾਸ਼ਣਾਂ 'ਚ ਜਿਹੜੇ ਬਹੁਤੇ ਜ਼ਿਆਦਾ ਦੂਰ ਦੇ ਨਹੀਂ ਹੈ, ਉਹਨਾਂ 'ਚ ਉਹਦੀ ਵਾਰਤਾਲਾਪ ਅਕਾਲ ਪੁਰਖ, ਪਾਰ ਬ੍ਰਹਮ, ਪਰਮੇਸ਼ਰ, ਇਸ ਤਰ੍ਹਾਂ ਦੇ ਜਿਹੜੇ ਸ਼ਬਦ ਹੈ ਉਹਨਾਂ ਦੇ ਬਿਲਕੁਲ ਕਰੀਬ ਤੋਂ ਲੰਘਦੀ ਹੈ। ਔਰ ਪਰਮਾਤਮਾ ਸ਼ਬਦ ਜਿਹੜਾ ਹੈ ਇਹ ਇੱਕ ਤਰ੍ਹਾਂ ਪੂਰੀ ਗੱਲਬਾਤ ਦੇ ਵਿੱਚੋਂ ਗਾਇਬ ਹੁੰਦਾ ਹੈ। ਆਮ ਤੌਰ 'ਤੇ ਇਹ ਇੰਨੀ ਗੱਲ ਨੂੰ ਹਰ ਆਦਮੀ ਇਹ ਸੋਚੇਗਾ ਕਿ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਪਰ ਜਦੋਂ ਆਦਮੀ ਸਿਆਣਪਾਂ ਨੂੰ ਇਕੱਠੀਆਂ ਕਰਕੇ ਉਹਨਾਂ ਦੀ ਪੁਣਛਾਣ ਕਰਕੇ ਉਹਨਾਂ ਦੇ ਇਤਿਹਾਸਕ ਤੇ ਧਾਰਮਿਕ ਮਹੱਤਵ ਨੂੰ ਸਮਝ ਕੇ ਉਹਨਾਂ ਦੇ ਸਮਾਜਿਕ ਪ੍ਰਭਾਵਾਂ ਨੂੰ ਸਮਝ ਕੇ ਉਹਨਾਂ ਦੇ ਵਰਤਾਰਿਆਂ ਨੂੰ ਸਮਝ ਕੇ ਕਿਸੇ ਦਿਸ਼ਾ ਵੱਲ ਜਾਂਦਾ ਹੈ, ਤਦ ਉਹਨੂੰ ਸਮਝ ਲੱਗਦੀ ਹੈ ਕਿ ਇਹ ਅਕਾਲ ਪੁਰਖ, ਏਕ ਓਂਕਾਰ, ਪਾਰ ਬ੍ਰਹਮ, ਬੇਅੰਤ, ਇਹ ਪਰਮਾਤਮਾ ਨਾਲ ਜਾਂ ਪਰਮਾਤਮਾ ਸ਼ਬਦ ਨਾਲ ਕਿੰਨਾ ਕੁ ਤਾਲਮੇਲ ਰੱਖਦੇ ਆ ਜਾਂ ਕਿੰਨੀ ਨੇੜਤਾ ਰੱਖਦੇ ਆ। ਬਹੁਤ ਵਰ੍ਹੇ ਪਹਿਲਾਂ ਮੈਂ ਬਹੁਤ ਯਤਨ ਕੀਤੇ ਕਿ ਸਿੱਖਾਂ ਨੂੰ ਸਮਝਾ ਸਕਾਂ ਕਿ ਉਹਨਾਂ ਨੇ ਪਰਮਾਤਮਾ ਸ਼ਬਦ ਨਾਲ ਹੀ ਸਿੱਖ ਵਿਚਾਰਧਾਰਾ ਦਾ ਬ੍ਰਾਹਮਣੀਕਰਨ ਕਰ ਦਿੱਤਾ। ਸਿੱਖ ਵਿਚਾਰਧਾਰਾ ਪਾਰ ਬ੍ਰਹਮੀ ਵਿਚਾਰਧਾਰਾ, ਅਕਾਲ ਪੁਰਖੀ ਵਿਚਾਰਧਾਰਾ ਹੈ, ਨਿਰੰਕਾਰੀ ਵਿਚਾਰਧਾਰਾ ਹੈ, ਅਨੰਤ ਬੇਅੰਤ ਵਿਚਾਰਧਾਰਾ ਹੈ। ਬਹੁਤ ਸ਼ਬਦ ਹਨ ਜਿਹੜੇ ਇਸੇ ਇੱਕ ਗੱਲ ਨੂੰ ਅਲੱਗ-ਅਲੱਗ ਪਹਿਲੂਆਂ ਤੋਂ ਸਪਸ਼ਟ ਕਰਦੇ ਆ। ਪਰਮਾਤਮਾ ਕਿਸੇ ਚੀਜ਼ ਨੂੰ ਸਪਸ਼ਟ ਨਹੀਂ ਕਰਦਾ,
परमात्मा बाणी च किते आया भी है तो प्रसंग सिख धर्म वाला नहीं है, सिख विचारधारा वाला नहीं है, सिख इनकलाब वाला नहीं, वो बिल्कुल वखरा ते उल्टा। और मैं ये गल बार बार कही कि सिखा ने 90 वार परमात्मा शब्द नूं वरतना शुरू किया और 10 वार कदे ना कदे वो काल पुरख पार ब्रह्म एक ओंकार अनंत बेअंत वर्गे शब्दों की वरतों करते हैं। और जिन्हों ये कहा जा सकता कि वो इहो जे शब्दों की वरतों ना करके सिख विचारधारा का ब्राह्मणीकरण करते हैं। हुण इत्थे एक सवाल सिख खड़ा करनगे कि जिहड़े ब्राह्मणी सिख सी उन्होंने ये चीज़ पैदा की। मैं इहनूं कोरा दोष मनदा है और अपना गुनाह जिहड़ा दूसरे ते मढ़न दा एक सीधा सादा तरीका मनदा है। जिन्ना चिर किसी मनुख नूं नहीं पता अगर वो बनी बनाई गल कह रहा है तो अनपढ़ है, अनजान है, अज्ञानी है, अपने आप नूं ब्रह्म ज्ञानी भी भावें समझदा है, तद वो उन्ना दोषी नहीं है। मनुख दोषी कदों हुंदा है? जदों सुन रहा कुछ, जदों उन्हें समझाया जा रहा, जदों उहदे कोल दी वो जिहड़ी असली गल आ वो कोल दी उहदे वार वार लंघ रही है और उहदे कन्नां चों वज के दिमाग तक जाती है और वो फिर भी नहीं सुनता, फिर भी वो अपना रास्ता नहीं बदलता, फिर भी वो घसिया रिकॉर्ड है जिहड़ा वो बजांदा रहिंदा है, फिर भी वो जिहड़ा इनकलाब दे विचारधारक पैंतरे दे खिलाफ कोई ऐसा ढंग तरीका जिहड़ा घड़िया गया या अपनाया गया जिन्हें एक इनकलाब का पूरी तरह ब्राह्मणीकरण किया उहदे ते ही तुरिया जाता है। और विद्या के युग च तुरिया जाता है, विद्या के दौर दे विच भी वो उसे जिहड़ियां उही लीहां जिहड़ियां धुद्दल नाल भरियां लीहां उन्हां दे विच दी तुरा जाता है। तो दोषी वो है, वो आदमी दोषी नहीं है जिहड़ा बहुत देर पहला किसी चीज़ नूं स्थापित करता है। एक दौर आया जदों मैं बचपन दे विच बाणी नूं पढ़ना शुरू किया तो मैं बाणी दी उही प्रसंगिकता लई जिहड़ी स्थापित सी कि परमात्मा शब्द देवी देवते ब्रह्मा विष्णु राम कृष्ण ये सारे, गणेश हुणी, शिव जी, दुर्गा एरा वगैरह, मंदिर, ब्राह्मण, वेद, शास्त्र, ये प्रसंग सी जिहड़ा खड़ा कर दिता गया सी। ये प्रसंग बकायदा तौर पर महाराजा रणजीत सिंह दे राज स्थापित होने तो बाद कुछ दहाकिਆਂ ਦੇ ਵਿੱਚ ਉਹਨਾਂ ਲੋਕਾਂ ਨੇ ਖੜਾ ਕੀਤਾ ਜਿਹੜੇ ਸਿੱਖ ਇਨਕਲਾਬ ਦੇ ਦੁਸ਼ਮਣ ਸੀ, ਜਿਨ੍ਹਾਂ ਨੂੰ ਇਹ ਲੋਕ ਸਿੱਖ ਮੰਨਦੇ ਆ, ਜਿਨ੍ਹਾਂ ਨੂੰ ਇਹ ਲੋਕ ਪਹੁੰਚੇ ਹੋਏ ਬ੍ਰਹਮ ਗਿਆਨੀ ਮੰਨਦੇ ਆ, ਜਿਨ੍ਹਾਂ ਨੂੰ ਇਹ ਲੋਕ ਆ ਜਿਹੜੇ ਉਹ ਸਿੱਖ ਵਿਚਾਰਧਾਰਾ ਦੇ ਮਹਾ ਵਿਦਵਾਨ ਮੰਨਦੇ ਆ। ਇਹ ਉਹਨਾਂ ਲੋਕਾਂ ਨੇ ਜਿਹੜੇ ਮੂਲ रूप च दुश्मन सी विचारधारा दे
ਉਹਨਾਂ ਨੂੰ ਹੀ ਸਵੀਕਾਰ ਕਰਕੇ ਗੱਲ ਅੱਗੇ ਤੋਰੀ, ਔਰ ਉਹ ਗੱਲ ਸਾਡੇ ਤੱਕ ਚੱਲਦੀ ਆ। ਜਾਣੀ ਤੁਸੀਂ ਦੇਖੋ ਕਿੰਨਾ ਲੰਬਾ ਸਫ਼ਰ ਹੈ ਕਿ ਮੇਰੇ ਬਚਪਨ ਦੇ ਵਿੱਚ ਜੋ ਕਹਾਣੀਆਂ ਮੇਰਾ ਬਾਪ ਕਹਿੰਦਾ ਜਾਂ ਪਿੰਡ ਦੇ ਲੋਕ ਕਹਿੰਦੇ ਜਾਂ ਗੁਰਦੁਆਰੇ ਦੇ ਭਾਈ ਕਹਿੰਦੇ ਜਾਂ ਕੋਈ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਾਉਣ ਵਾਲਾ ਬੂਝੜ ਕਹਿੰਦਾ, ਤਾਂ ਮੈਂ ਉਹੀ ਗੱਲਾਂ ਅੱਗੇ ਤੋਰਦਾ ਰਹਿੰਦਾ ਜਾਂ ਮੇਰੇ ਜ਼ਿਹਨ 'ਚ ਉਹੀ ਗੱਲਾਂ ਚੱਲਦੀਆਂ ਰਹਿੰਦੀਆਂ, ਤੇ ਮੈਂ ਉਸੇ ਤਰ੍ਹਾਂ ਹੀ ਬਾਣੀ ਨੂੰ ਸਵੀਕਾਰ ਕਰਦਾ। ਤਾਂ ਮੈਂ ਦੋਸ਼ੀ ਨਹੀਂ ਹਾਂ, ਮੈਂ ਦੋਸ਼ੀ ਨਹੀਂ ਸੀ ਉਸ ਵੇਲੇ, ਕਿਉਂਕਿ ਮੈਂ ਜਾਣਦਾ ਹੀ ਨਹੀਂ ਕਿ ਕੁਛ ਸੱਚ ਹੋਰ ਵੀ ਹੈ, ਬਾਣੀ ਕੁਛ ਹੋਰ ਵੀ ਹੈ। ਬਾਣੀ ਇਸ ਤੋਂ ਅਲੱਗ ਰਸਤਾ ਹੈ। ਬਾਣੀ ਦਾ ਬ੍ਰਾਹਮਣੀਕਰਨ ਨਾਲ ਇਹ ਸਿੱਧਾ ਵਿਰੋਧ ਹੈ। ਇਹ ਗੱਲ ਮੈਂ ਨਹੀਂ ਸੀ ਜਾਣਦਾ। ਫਿਰ ਜਦੋਂ 1980-81 ਤੋਂ ਬਾਅਦ ਮੈਨੂੰ ਬਾਣੀ ਦੁਬਾਰਾ ਪੜ੍ਹਨ ਦਾ ਮੌਕਾ ਮਿਲਿਆ, ਜਾਂ ਮੇਰੇ ਅੰਦਰ ਇਹ ਜਾਚਨਾ ਪੈਦਾ ਹੋਈ, ਇੱਛਾ ਪੈਦਾ ਹੋਈ ਕਿ ਮੈਨੂੰ ਬਾਣੀ ਖੁਦ ਸਮਝਣੀ ਚਾਹੀਦੀ ਹੈ, ਤਾਂ ਮੈਂ 84-85 ਵਿੱਚ ਬਾਣੀ ਨੂੰ ਦੁਬਾਰਾ ਪੜ੍ਹਨਾ ਔਰ ਲੋਕਾਂ ਵਿੱਚ ਦੱਸਣਾ ਸ਼ੁਰੂ ਕੀਤਾ, ਔਰ ਲੋਕਾਂ ਨੇ ਉਹਨੂੰ ਸਵੀਕਾਰ ਕਰਨਾ ਸ਼ੁਰੂ ਕੀਤਾ। ਲੋਕਾਂ ਨੂੰ ਮੇਰੀ ਗੱਲ ਬਹੁਤ ਤੇਜ਼ੀ ਨਾਲ ਸਮਝ ਆਉਣੀ ਸ਼ੁਰੂ ਹੋਈ। ਪਿੰਡਾਂ ਦੇ ਅਨਪੜ੍ਹ ਲੋਕ ਵੀ ਮੇਰੀ ਜਿਹੜੀ ਗੱਲ ਹੈ, ਉਹੀ ਬਾਣੀ ਜਿਹੜੀ ਉਹ ਰੋਜ਼ ਪੜ੍ਹਦੇ ਸੀ, ਉਸ ਗੱਲ ਨੂੰ ਬੜੀ ਆਸਾਨੀ ਨਾਲ ਸਮਝਣ ਲੱਗੇ ਤੇ ਦੂਜਿਆਂ ਨਾਲ ਚਰਚਾ ਕਰਨ ਲੱਗੇ। ਇਹ ਸਭ ਅਨਪੜ੍ਹ ਲੋਕ ਸੀ। ਇਹ 99% ਅਨਪੜ੍ਹ ਲੋਕ ਸੀ। ਜਾਣੀ ਇੱਕ 10-20 ਘਰਾਂ ਦੇ ਵਿੱਚ ਕੋਈ ਇੱਕ ਅੱਧਾ ਫੌਜੀ ਜਾਂ ਕੋਈ ਇੱਕ ਅੱਧਾ ਟੀਚਰ ਜਾਂ ਇੱਕ ਅੱਧਾ ਕੋਈ ਕਲਰਕ, ਕੋਈ 10ਵੀਂ ਪਾਸ, ਕੋਈ 8ਵੀਂ ਪਾਸ, ਕੋਈ ਸੁਣਦਾ ਕੋਈ ਨਾ ਸੁਣਦਾ। ਉਹਨਾਂ ਦੇ ਵਿੱਚ ਇੱਕ ਅੱਧਾ ਆਦਮੀ ਹੁੰਦਾ ਜਿਹੜਾ ਗੱਲ ਨੂੰ ਸਮਝ ਸਕਦਾ ਸੀ ਅਗਰ ਚਾਹੁੰਦਾ ਤਾਂ, ਪਰ ਸਮਝਿਆ ਕਿਸ ਨੇ? ਅਨਪੜ੍ਹ ਲੋਕਾਂ ਨੇ। ਜਿਹੜੇ ਕੋਰੇ ਅਨਪੜ੍ਹ ਸੀ ਉਹਨਾਂ ਨੇ ਸਮਝਿਆ, ਉਹਨਾਂ ਨੇ ਧਿਆਨ ਦਿੱਤਾ, ਉਹਨਾਂ ਨੇ ਆਪਣੀਆਂ ਜਿਹੜੀਆਂ ਬੌਧਿਕ ਇਹਨੂੰ ਕਹਾਂਗੇ ਅਸੀਂ ਇੱਛਾਵਾਂ, ਉਹਨਾਂ ਨੇ ਬਾਣੀ ਨੂੰ ਨਾਲ ਜੋੜੀਆਂ ਔਰ ਮੇਰੀ ਗੱਲ ਨੂੰ ਬਾਣੀ ਨਾਲ ਜੋੜਿਆ। ਮੇਰੀ ਗੱਲ ਬਾਣੀ ਨਾਲ ਜੋੜ ਕੇ ਫਿਰ ਆਪਣੇ ਦਿਮਾਗ ਤੋਂ ਕੰਮ ਲਿਆ ਤੇ ਸੋਚਿਆ ਕਿ ਇਹ ਗੱਲ ਜ਼ਿਆਦਾ ਠੀਕ ਹੈ ਇੱਕ ਭਾਈ ਜੀ ਦੀ ਗੱਲ ਨਾਲੋਂ। ਹਾਲਾਂਕਿ ਮੇਰਾ ਬਾਪ ਕੀਰਤਨ ਕਰਦਾ ਸੀ, ਸਭ ਨੂੰ ਪਤਾ ਹੈ, ਔਰ ਉਹ 50 ਸਾਲ ਤੋਂ ਜ਼ਿਆਦਾ ਕੀਰਤਨ ਕੀਤਾ ਉਹਨੇ। ਉਹ ਉਹੀ ਕੁਛ ਕਹਿੰਦਾ ਸੀ ਜਿਹੜਾ ਸਥਾਪਤ ਸੀ। ਉਹਨਾਂ ਤੋਂ ਹੀ ਅਸੀਂ ਉਹ ਸਥਾਪਤ ਗੱਲਾਂ ਸਿੱਖੀਆਂ ਸੀ, ਪਰ ਮੈਂ ਉਹ ਸਥਾਪਤ ਗੱਲਾਂ ਨੂੰ ਤੋੜ ਕੇ ਜਿਹੜੀ ਬਾਣੀ ਦੀ ਗੱਲ ਹੈ, ਬਾਣੀ ਦੇ ਅੰਦਰ ਜਿਹੜੀ ਖਾਸ ਗੱਲ ਹੈ, ਉਹ ਸਾਹਮਣੇ ਲਿਆਂਦੀ। ਤਾਂ ਮੇਰੇ ਆਮ ਲੋਕ ਜਿਹੜੇ ਪਿੰਡਾਂ ਦੇ, ਜਿੱਥੇ ਵੀ ਮੈਂ ਗਿਆ, ਕਿਸੇ ਵੀ ਪਿੰਡ 'ਚ, ਕਿਸੇ ਵੀ ਬਸਤੀ 'ਚ, ਤਾਂ ਉਹਨਾਂ ਨੇ ਉਹ ਮੇਰੀ ਗੱਲ ਫੜਨੀ ਸ਼ੁਰੂ ਕੀਤੀ। ਪਰ ਇਹ ਗੱਲ ਨਾ ਤਾਂ ਭਾਈਆਂ ਨੇ ਫੜੀ, ਨਾ ਇਹ ਰਾਗੀਆਂ ਨੇ ਫੜੀ, ਨਾ ਇਹ ਕਥਾਕਾਰਾਂ ਨੇ ਫੜੀ, ਨਾ ਇਹ ਢਾਡੀਆਂ ਨੇ ਫੜੀ, ਨਾ ਇਹ ਕਵਿਸ਼ਰਾਂ ਨੇ ਫੜੀ। ਜਾਣੀ ਜਿਹੜੇ ਲੋਕ ਪ੍ਰਚਾਰਕ ਸੀ ਉਹਨਾਂ ਨੇ ਇਸ ਗੱਲ ਨੂੰ ਇੱਕ ਕੰਡਾ ਵੀ ਸਵੀਕਾਰ ਨਹੀਂ ਕੀਤਾ, ਇੱਕ ਕਣ ਕੰਡਾ ਵੀ ਸਵੀਕਾਰ ਨਹੀਂ ਕੀਤਾ, ਰਾਈ ਭਰ ਵੀ ਸਵੀਕਾਰ ਨਹੀਂ ਕੀਤਾ। ਮੈਂ ਕਿਤਾਬਾਂ ਜਿਹੜੀਆਂ ਲਿਖੀਆਂ ਉਹਨਾਂ ਦੇ ਵਿੱਚ ਬਹੁਤ ਵੱਡੀ ਤਬਦੀਲੀ ਪੇਸ਼ ਕੀਤੀ, ਬੁਨਿਆਦੀ ਤਬਦੀਲੀਆਂ ਮੈਂ ਬਾਣੀ ਦੀਆਂ ਪੇਸ਼ ਕੀਤੀਆਂ। ਬ੍ਰਾਹਮਣਵਾਦ ਵਰਸਸ ਸਿੱਖ ਵਿਚਾਰਧਾਰਾ, ਇਹਦੇ 'ਤੇ ਖੁੱਭ ਕੇ ਗੱਲ ਲਿਖੀ ਵੀ ਔਰ ਕਹੀ ਵੀ।
क्योंकि प्रचार करने वाले लोग हज़ारां हज़ारां की गिनती च है, ਜਿਹੜੇ पता नहीं किन्ने हज़ार होणगे, उनका मुकाबला एक आदमी नहीं कर सकता। और वो आदमी बिल्कुल नहीं कर सकते ਜਿਹੜੇ गल माड़ी मोटी समझ गए आ, थोड़ी चर्चा कर सकते हैं, पर वो अनपढ़ है। जिन्हां नूं ये भाई जी ढाडी रागी कथाकार यमलियां कुੱਟਣ वाले मूर्ख लोग कहते रहे, जानी खुद नूं ज्ञानी, अपने आप नूं ज्ञानी का रुतबा दिंदे रहे। और ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੂੰ ਗੱਲ ਸਮਝਣ ਲੱਗੀ ਸੀ, ਉਹਨਾਂ ਨੂੰ ਮੂਰਖ, ਅਗਿਆਨੀ ਤੇ ਯਵਲੀਆਂ ਕੁੱਟ ਕਹਿਣ ਲੱਗੇ। ਤਾਂ ਇਹ ਦੌਰ ਜਿਹੜਾ ਹੈ, ਭਾਵੇਂ ਇਹ ਰੁਕਿਆ ਕਿਤੇ ਨਹੀਂ, ਪਰ ਇਹ ਸਵੀਕਾਰ ਵੀ ਬਹੁਤ ਬਹੁਤ ਇਹ ਕਿਹਾ ਜਾ ਸਕਦਾ ਕਿ ਬਹੁਤ ਸਮਾਂ ਲੱਗ ਗਿਆ ਕੁਛ ਹਿੱਸਾ ਸਵੀਕਾਰ ਕਰਨ 'ਤੇ, ਜ਼ਿਆਦਾ ਸਵੀਕਾਰ ਨਹੀਂ ਕੀਤਾ। बल्कि एक बौद्धिक मानसिक विरोध जिहड़ा है वो जाति के आधार पर खड़ा हो गया। जानी मेरी जाति ते काबज लोगों की जाति के विचकार जिहड़ा फासला है, वो फासला बहुत वध गया। जानी कहण दा मतलब यह है कि एक छोटी जाति की गल है जिहड़ी वो वड्डी जाति नूं स्वीकार नहीं हुई। मैं जिहड़ी सब तो वड्डी गल बार बार कहंदा सी कि परमात्मा शब्द बाणी दा अनुसारी शब्द नहीं है। परमात्मा बाणी दे इनकलाब की व्याख्या नहीं करता। परमात्मा शब्द ब्राह्मणवाद की व्याख्या करता है। परमात्मा शब्द आत्मा ते परमात्मा नाल जुड़िया होया है, जदों कि बाणी आत्मा ते परमात्मा दोहां नूं स्वीकार नहीं करती। आत्मा परमात्मा नूं स्वीकार नहीं करती ते नरक अते सुरग नूं स्वीकार नहीं करती। जदों सुरग नूं आत्मा स्वीकार नहीं करती तो परमात्मा नूं किवें स्वीकार करेगी? जब वो परमात्मा नूं स्वीकार नहीं करती तो उसकी होंद किवें हो सकती है? वो तो होंद ही कोई नहीं। जानी सिखा ने भी ये लत फड़ के रखी आत्मा की, जिस तरह ब्राह्मण की विचारधारा ने परमात्मा की लत नूं फड़ के उन्होंने अपने मंजे दे पावे नाल बन रखा, बिल्कुल उवें सिखा ने उस तो भी ज़्यादा जोर ला के उन्होंने अपने पावे नाल बन रखा। मैं अपने लोगों नूं ये गल कहंदा कि बाणी दे शुरू च एक ओंकार नहीं लिखिया होया। वो कहंदे लिखिया होया, फिर तुसीं स्वीकार क्यों नहीं किया? कि बाणी दे शुरू च अकाल पुरख नहीं लिखिया होया? कि बाणी दे अंदर बार 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 परब्रह्म नहीं लिखिया होया? कि बाणी दे विच अनंत बेअंत नहीं लिखिया होया? कि बाणी च तू दाता दातार नहीं लिखिया होया? कि नहीं लिखिया होया आपे आप वरतदा? इहदे च किहड़ा किरदार है जिहड़ा ब्राह्मण की विचारधारा का किरदार है, या परमात्मा वाली जिहड़ी असीं कह सकते हैं कि ओदी जिहड़ी बनाई हुई व्यवस्था है, उहदे वाला कोई किरदार है? इत्थे दोवें किरदार बिल्कुल वखरे है। बाणी दे विच ये किरदार अकाल पुरख निरंकार निरंजन या एकमकार या जिहड़े शब्द
ਵਰਤੇ ਗਏ ਆ, ਇਹ ਗੁਣ ਹੈ। ਇਹ ਖਾਸ ਗੱਲ ਨੋਟ ਕਰਨ ਵਾਲੀ ਹੈ ਕਿ ਇਹ ਸਾਰੇ ਗੁਣ ਹੈ। ਇਹ ਤਾਂ ਪਾਰ ਬ੍ਰਹਮ ਦੇ ਗੁਣ ਹੈ। ਇਹ ਬੇਅੰਤ ਗੁਣ ਹੈ, ਇੱਕ ਅਨੰਤ ਗੁਣ ਹੈ, ਇੱਕ ਅਕਾਲ ਪੁਰਖ ਗੁਣ ਹੈ, ਇੱਕ ਨਿਰੰਜਨ ਗੁਣ ਹੈ, ਇੱਕ ਨਿਰੰਕਾਰ ਗੁਣ ਹੈ, ਇੱਕ ਰਾਮ ਰਮਈਆ ਗੁਣ ਹੈ, ਇੱਕ ਰਾਮ ਰਮਈਆ ਵੀ ਇੱਕ ਗੁਣ ਹੈ। ਇੱਥੇ ਗੁਣ ਹੈ ਤੇ ਬ੍ਰਾਹਮਣ ਦੀ ਵਿਚਾਰਧਾਰਾ 'ਚ ਪਰਮਾਤਮਾ ਕੀ ਹੈ? ਸਾਰੀ ਵਿਵਸਥਾ ਦਾ ਸਿਰਜਣਹਾਰ ਹੈ। ਗੁਣ ਕੋਈ ਨਹੀਂ, ਉਹਦੇ 'ਚ ਗੁਣ ਕੋਈ ਨਹੀਂ ਹੈ। ਕੀ ਸ਼ਿਵ ਜੀ ਨੂੰ, ਗਣੇਸ਼ ਨੂੰ, ਰਾਮ ਨੂੰ, ਕ੍ਰਿਸ਼ਨ ਨੂੰ, ਭੀਮ ਨੂੰ, ਲੜਨ ਭੜਨ ਵਾਲਿਆਂ ਨੂੰ, ਰਿਸ਼ੀਆਂ ਨੂੰ, ਮੁਨੀਆਂ ਨੂੰ, ਜਿਨ੍ਹਾਂ ਨੇ ਪਤਾ ਨਹੀਂ ਕਿਹੜੇ ਕਿਹੜੇ ਕਾਰਨਾਮੇ ਕੀਤੇ, ਉਹਨਾਂ ਦੀ ਸਿਰਜਣਾ ਕਰਨਾ ਤੇ ਉਹਨਾਂ ਨੂੰ ਬਰਾਬਰ ਖੜੇ ਕਰ ਲੈਣਾ, ਇੱਕ ਨਾਂ ਦੇਣਾ, ਕੀ ਇਹ ਗੁਣ ਹੈ? ਇਹ ਤਾਂ ਕੋਈ ਗੁਣ ਨਹੀਂ। ਜਿਵੇਂ ਗੀਤਾ ਦੇ ਵਿੱਚ ਪਹਿਲੇ ਸਫ਼ਿਆਂ 'ਚ ਹੀ ਸਪਸ਼ਟ ਹੈ ਕਿ ਭਗਵਾਨ ਦੀਆਂ ਹਜ਼ਾਰਾਂ ਗੋਲੀਆਂ ਸੀ, ਔਰਤਾਂ ਸੀ। ਕੀ ਇਹ ਗੁਣ ਬਾਣੀ ਵਿਚਾਰਧਾਰਾ 'ਚ ਹੈ? ਕੀ ਹਨੂਮਾਨ ਵਾਲਾ ਗੁਣ ਬਾਣੀ ਵਿਚਾਰਧਾਰਾ 'ਚ ਹੈ? ਮਤਲਬ ਕਹਿਣ ਤੋਂ ਹੈ ਕਿ ਗੁਣ ਜਿਹੜੇ ਆ ਉਹਨਾਂ ਦੀ ਵਿਆਖਿਆ ਸਾਰੀ ਬਾਣੀ 'ਚ ਅਲੱਗ-ਅਲੱਗ ਸ਼ਬਦਾਂ ਨਾਲ ਕੀਤੀ ਗਈ ਹੈ। ਔਰ ਬ੍ਰਾਹਮਣ ਦੀ ਵਿਚਾਰਧਾਰਾ ਦੇ ਵਿੱਚ ਇੱਕੋ ਹੀ ਸ਼ਬਦ ਜਿਹੜਾ ਉਹ ਸਮੁੱਚੀ ਸਾਰੀ ਜਿਹੜੀ ਸਿਰਜਣਾ ਹੈ ਉਹ ਦੱਸਣ ਵਾਸਤੇ ਕੀਤੀ ਗਈ ਹੈ। ਫਿਰ ਇਹ ਵੀ ਗੱਲ ਨਾਲ ਹੈ ਕਿ ਜੇ ਪਰਮਾਤਮਾ ਸਿਰਜਣਾ ਕਰਦਾ ਹੈ, ਜੇ ਆਤਮਾ ਅਮਰ ਹੈ, ਤਾਂ ਫਿਰ ਬ੍ਰਹਮਾ ਵਿਸ਼ਨੂੰ ਮਹੇਸ਼ ਸ਼ਿਵ ਜੀ, ਬ੍ਰਹਮਾ ਵਿਸ਼ਨੂੰ ਮਹੇਸ਼ ਸ਼ਿਵ, ਇਹਨਾਂ ਦੀ ਸਿਰਜਣਾ ਕਿਹੜੀ ਹੈ? ਸਿਰਜਣਾ ਤਾਂ ਇਹਨਾਂ ਨੇ ਵੀ ਕੀਤੀ ਹੈ। ਸਿਰ ਚੋਂ, ਬਾਹਾਂ ਚੋਂ, ਪੇਟ ਤੋਂ, ਪੈਰਾਂ ਤੋਂ ਇਹਨਾਂ ਨੇ ਵੀ ਸਿਰਜਣਾ ਕੀਤੀ ਹੈ। ਸ਼ਿਵ ਜੀ ਨੇ ਤਾਂ ਗਣੇਸ਼ ਦੀ ਵੀ ਸਿਰਜਣਾ ਕੀਤੀ ਹੈ। ਉਹਨੇ ਸਿਰਜਣਾ ਦਾ ਕਿਹੜਾ ਰੂਪ ਹੈ? ਕੀ ਇਹ ਬਾਣੀ 'ਚ ਹੈ? ਤੇ ਜਿਹੜਾ ਸਿਰਜਣਾ ਦਾ ਰੂਪ ਬਾਣੀ 'ਚ ਹੈ, ਕੀ ਉਹ ਕੁਦਰਤ ਤੋਂ ਬਾਹਰ ਹੈ, ਪਸਾਰੇ ਤੋਂ ਬਾਹਰ ਹੈ, ਬ੍ਰਹਿਮੰਡ ਤੋਂ ਬਾਹਰ ਹੈ? ਅਕਾਲ ਪੁਰਖੀ ਸਿਸਟਮ ਆ ਜਿਹੜਾ ਮਰਨਾ ਜੰਮਣਾ, ਪੈਦਾ ਹੋਣਾ, ਚੱਲਣਾ, ਖਤਮ ਹੋਣਾ, ਫਿਰ ਬਣ ਜਾਣਾ, ਕੀ ਇਹਦੇ ਤੋਂ ਬਾਹਰ ਹੈ? ਕੀ ਬਾਣੀ ਵਿਚਾਰਧਾਰਾ ਦਾ ਜਾਣੀ ਜਿਹੜਾ ਸਿਰਜਣਹਾਰ ਹੈ ਉਹ ਹਵਾ ਤੋਂ, ਪਾਣੀ ਤੋਂ, ਮਿੱਟੀ ਤੋਂ, ਅਗਨੀ ਤੋਂ, ਜਾਂ ਜਿਹੜੇ ਕੈਮੀਕਲ ਰਿਐਕਸ਼ਨ ਜਿਹਨੂੰ ਕਹਿੰਦੇ ਹਾਂ ਅਸੀਂ, ਜਿਹੜੇ ਆਪਣੇ ਆਪ ਵਰਤ ਰਹੇ ਆ ਕੁਦਰਤ ਦੇ ਸਾਡੀ ਨਜ਼ਰ ਤੋਂ ਬਾਹਰ, ਕੀ ਉਹਨਾਂ ਤੋਂ ਬਾਹਰ ਹੈ? ਬਾਣੀ ਨੇ ਇੱਕ ਸ਼ਬਦ ਹੋਰ ਜਿਹੜਾ ਖਾਸ ਤੌਰ ਤੇ ਵਰਤਿਆ ਹੈ, ਕਿ ਜਿਹੜੀ ਸਿਰਜਣਾ ਹੋ ਰਹੀ ਹੈ, ਜਿਹੜੀ ਚਾਰ ਤੱਤਾਂ ਦੇ ਉੱਤੇ ਨਿਰਭਰ ਹੈ, ਉਹਦੇ ਅੰਦਰ ਇੱਕ ਬਰੀਕ
ਜਿਹੜਾ ਸੂਖਮ ਤੱਤ ਹੈ ਉਹ ਅਸੀਂ ਅੱਖਾਂ ਨਾਲ ਨਹੀਂ ਦੇਖ ਸਕਦੇ। ਮਨੁੱਖ ਨੇ ਦੇਖ ਲਿਆ ਪਰ ਅੱਖਾਂ ਨਾਲ ਨਹੀਂ ਦੇਖ ਸਕਦੇ ਅਸੀਂ। ਉਹਦੇ ਲਈ ਸਾਧਨ ਵਰਤੇ ਨੇ, ਉਹਦੇ ਨਾਲ ਵੇਖ ਲਿਆ ਉਹ ਸਾਰੇ। ਉਹ ਜਿਹੜੇ ਸੂਖਮ ਤੱਤ ਆ ਉਹ ਆਪਣੇ ਆਪ ਮਨ ਦੀ, ਚਿੱਤ ਦੀ ਔਰ ਦਿਮਾਗ ਦੀ ਵਿਵਸਥਾ ਪੈਦਾ ਕਰਦੇ ਆ। ਇਹ ਬਾਣੀ ਦੇ ਵਿੱਚ ਸਪਸ਼ਟ ਹੈ। ਕੀ ਇਹ ਬ੍ਰਾਹਮਣੀ ਵਿਵਸਥਾ 'ਚ ਹੈ? ਕੀ ਬ੍ਰਾਹਮਣੀ ਵਿਚਾਰਧਾਰਾ ਦੇ ਵਿੱਚ ਅਕਾਲ ਪੁਰਖੀ ਵਿਚਾਰਧਾਰਾ ਜਿਹੜੀ ਹੈ, ਪਾਰ ਬ੍ਰਹਮੀ ਵਿਚਾਰਧਾਰਾ ਜਿਹੜੀ ਹੈ, ਨਿਰੰਤਰ ਸਰਬ ਨਿਰੰਤਰ ਵਿਚਾਰਧਾਰਾ ਜਿਹੜੀ ਹੈ, ਉਹਦੇ ਵਿਚਲੇ ਸਾਰੇ ਤੱਤ ਬਾਣੀ 'ਚ ਮੌਜੂਦ ਹੈ? ਕੀ ਬਾਣੀ ਦੀ ਵਿਚਾਰਧਾਰਾ ਵਾਲੇ ਤੱਤ ਬ੍ਰਾਹਮਣੀ ਵਿਚਾਰਧਾਰਾ 'ਚ ਹੈਗੇ ਆ? ਇਹ ਤਾਂ ਦੋਨੇ ਵਿਰੋਧੀ ਹੈ ਔਰ ਇੱਕਦਮ ਵਿਰੋਧੀ ਹੈ, 90 ਡਿਗਰੀ ਤੇ ਕੱਟਦੇ ਇੱਕ ਦੂਜੇ ਨੂੰ। ਪਰ ਸਿੱਖਾਂ ਨੇ, ਇਹਦੇ ਸਾਧੂਆਂ ਨੇ, ਸੰਤਾਂ ਨੇ, ਬ੍ਰਹਮ ਗਿਆਨੀਆਂ ਨੇ, ਅਕਾਲ ਪੁਰਖ ਆਪ ਅਕਾਲ ਪੁਰਖਾਂ ਨੇ, ਸਿੱਖਾਂ ਨੇ ਇੱਕ ਨਵਾਂ ਨਾਂ ਦਿੱਤਾ ਹੈ ਆਪਣੇ ਸਾਧਾਂ ਨੂੰ, ਆਪ ਅਕਾਲ ਪੁਰਖ। ਮੇਰਾ ਖਿਆਲ ਇਦੋਂ ਹਾਸੋਹੀਣੀ ਗੱਲ ਕੀ ਹੋ ਸਕਦੀ ਹੈ ਕਿ ਇੱਕ ਜਿਹੜਾ ਬੰਦਾ ਜਿਹਨੂੰ ਬੋਲਣ ਦਾ ਚੱਜ ਨਹੀਂ, ਜਿਹੜਾ ਬੰਦਾ ਜ਼ਿੰਦਗੀ ਭਰ ਇੱਕੋ ਹੀ ਗੱਲ ਕਹਿੰਦਾ ਰਹਿੰਦਾ ਹੈ ਕਿ ਨਾਮ ਜਪੋ, ਨਾਮ ਜਪੋ, ਪਰਮਾਤਮਾ ਦਾ ਨਾਮ ਜਪੋ, ਸੁਰਗ ਜਾਣਾ ਹੈ ਤਾਂ ਪਰਮਾਤਮਾ ਦਾ ਨਾਮ ਜਪੋ, ਮੁਕਤੀ ਹੋ ਜਾਏਗੀ, ਗਤੀ ਹੋ ਜਾਏਗੀ ਔਰ ਫਿਰ ਤੁਹਾਡਾ ਜਨਮ ਨਹੀਂ ਹੋਏਗਾ। ਜਿਹਨੂੰ ਆਹ 2.5 ਸ਼ਬਦ ਆਉਂਦੇ ਆ ਉਹਨੂੰ ਵੀ ਇਹ ਮਹਾਬ੍ਰਹਮ ਗਿਆਨੀ ਕਹਿੰਦੇ ਆ ਔਰ ਉਹਨੂੰ ਆਪ ਪਹੁੰਚਿਆ ਹੋਇਆ ਮਨੁੱਖ ਕਹਿੰਦੇ ਆ, ਆਪ ਅਕਾਲ ਪੁਰਖ ਕਹਿੰਦੇ ਆ ਉਹਨੂੰ, ਜਨਮਾਂ ਜਨਮਾਂ ਤੋਂ ਬਾਹਰ ਕਹਿੰਦੇ ਉਹਨੂੰ। ਜਾਣੀ ਇਹ ਕਿੱਡੇ ਹਾਸੋਹੀਣੇ ਤੱਥ ਹੈ ਸਾਡੇ ਸਾਹਮਣੇ ਜਿਹੜੇ ਸਿੱਖਾਂ ਨੇ ਪੈਦਾ ਕੀਤੇ ਆ। ਜੇ ਤਾਂ ਇਹ ਉਹਨਾਂ ਸਿੱਖਾਂ ਨੇ ਪੈਦਾ ਕੀਤੇ ਹੁੰਦੇ ਜਿਹੜੇ ਗੁਰੂਆਂ ਤੋਂ ਬਾਅਦ ਤੁਰੰਤ ਜਿਹੜੇ ਆ ਜਿਨ੍ਹਾਂ ਦੇ ਕਬਜ਼ੇ 'ਚ ਧਰਮ ਆ ਗਿਆ, ਉਹ ਬ੍ਰਾਹਮਣ ਸੀਗੇ, ਖੱਤਰੀ ਸੀ, ਦੋ ਹੀ ਤਰ੍ਹਾਂ ਦੇ ਮਨੁੱਖ ਸੀ, ਉਹ ਬ੍ਰਾਹਮਣ ਤੇ ਖੱਤਰੀ। ਜੱਟ ਨੂੰ ਤਾਂ ਪੜ੍ਹਨ ਦਾ ਅਧਿਕਾਰ ਹੀ ਕੋਈ ਨਹੀਂ ਸੀ। ਜਿਹੜਾ ਜੱਟ ਹੈ ਉਹ ਤਾਂ 1947 ਤੋਂ ਬਾਅਦ ਹੀ ਨਹੀਂ ਸੀ ਪੜ੍ਹਿਆ ਵਾ। ਉਹ ਆਪਣੇ ਆਪ ਨੂੰ ਡਿੱਗਾਂ ਜਿੰਨੀਆਂ ਮਰਜ਼ੀ ਮਾਰੀ ਜਾਏ ਕੋਈ ਆਦਮੀ। 1947 ਦੇ ਵਿੱਚ ਮੇਰੇ ਪਿੰਡ 'ਚ ਜਿੱਥੇ ਜਿੱਥੇ ਸਕੂਲ ਖੋਲ੍ਹੇ ਅੰਗਰੇਜ਼ਾਂ ਨੇ, ਉੱਥੇ ਉੱਥੇ ਕੋਈ ਵਿਰਲਾ ਬੰਦਾ ਪੜ੍ਹਿਆ। ਆਜ਼ਾਦੀ ਤੋਂ ਪਹਿਲਾਂ ਜਾਂ ਫਿਰ ਫੌਜ 'ਚ ਆ ਕੇ ਪੜ੍ਹਿਆ। ਇਹ ਫੌਜ ਇੱਕ ਸਭ ਤੋਂ ਵੱਡਾ ਜ਼ਰੀਆ ਪੜ੍ਹਨ ਦਾ, ਜਿਹੜਾ ਸ਼ੂਦਰਾਂ ਵਾਸਤੇ। ਪੜ੍ਹਿਆ ਕੌਣ ਸੀ? ਜ਼ਿਆਦਾ ਬ੍ਰਾਹਮਣ ਪੜ੍ਹਿਆ ਸੀ ਜਾਂ ਬਣੀਆਂ ਪੜ੍ਹਿਆ ਸੀ। ਪੜ੍ਹਿਆ ਕਿੰਨੀਆਂ ਸੀ? ਉਹ ਜਿੰਨੀ ਲੋੜ ਸੀ। ਉਹ ਕੋਈ ਅਫਲਾਤੂਨ ਨਹੀਂ ਸੀ। ਉਹ ਕੋਈ ਦੁਨੀਆ ਦਾ ਸਭ ਤੋਂ ਝੂਠਾ ਤੇ ਜਾਣੀ ਲਿਫਾਫੇਬਾਜ਼ ਆਦਮੀ ਜਿਹੜਾ ਪੈਦਾ ਹੋਇਆ ਆਜ਼ਾਦੀ ਤੋਂ ਪਹਿਲਾਂ, ਜਿਹੜਾ ਅਸੀਂ ਦੇਖਦੇ ਹਾਂ ਭਾਰਤ ਦਾ, ਉਹ ਬ੍ਰਾਹਮਣ ਤੇ ਬਣੀਆਂ, ਆਪਣਾ ਬ੍ਰਾਹਮਣ ਬਣੀਆਂ ਤੇ ਵੈਸ਼ ਹੈ, ਬ੍ਰਾਹਮਣ ਬਣੀਆਂ ਤੇ ਖੱਤਰੀ ਹੈ। ਇਹਨਾਂ ਨੂੰ ਕੀ ਆਉਂਦਾ ਸੀ? ਇਹਨਾਂ ਦੇ ਕੋਲੇ ਅਸੀਂ ਬੈਠ ਕੇ ਦੇਖਦੇ, ਇਹਨਾਂ ਨੂੰ ਤਾਂ ਡੱਕਾ ਨਹੀਂ ਸੀ ਆਉਂਦਾ, ਪਰ ਇਹ ਜਿੰਨਾ ਇਹਨਾਂ ਨੂੰ ਆਉਂਦਾ ਸੀ ਉਹਨਾਂ ਕਿਸੇ ਨੂੰ ਵੀ ਨਹੀਂ ਸੀ ਆਉਂਦਾ। ਕਿਉਂ? ਕਿਉਂਕਿ ਬ੍ਰਾਹਮਣ ਦੀ ਵਿਚਾਰਧਾਰਾ ਦੂਜਿਆਂ ਨੂੰ ਅੱਖਰ ਹੀ ਨਹੀਂ ਸੀ ਪੜ੍ਹਨ ਦਿੰਦੀ। ਤੇ ਜੱਟ ਕਿਵੇਂ ਪੜ੍ਹ ਗਿਆ? ਜੱਟ ਤਾਂ ਉਸ ਆਪਣੇ ਲਕੀਰ 'ਚ ਹੀ ਨਹੀਂ ਆਉਂਦਾ ਜਿੱਥੇ ਉਹ ਪੜ੍ਹ ਸਕੇ। ਜਦੋਂ ਆਜ਼ਾਦੀ ਮਿਲੀ ਤਾਂ ਮੇਰੇ ਪਿੰਡ ਦੇ ਸਕੂਲ 'ਚ
ਜਦੋਂ ਅਸੀਂ ਪੜ੍ਹਨ ਗਏ ਤਾਂ ਸਭ ਤੋਂ ਜ਼ਿਆਦਾ ਜਿਹੜੇ ਬੱਚੇ ਪੜ੍ਹੇ ਸੀ ਉਹ ਜਲਾਹਾਂ ਦੇ, ਤਖਾਣਾਂ ਦੇ, ਛੇਬਿਆਂ ਦੇ, ਫਿਰ ਉਸ ਤੋਂ ਬਾਅਦ ਚਮਾਰਾਂ ਤੇ ਮਜਬੀਆਂ ਦੇ। ਕੋਈ ਨਾਈਆਂ ਦਾ ਜੇ ਇੱਕ ਅੱਧਾ ਘਰ ਹੈਗਾ ਤਾਂ ਉਹ, ਜਾਂ ਕੋਈ ਘੁਮਿਆਰਾਂ ਦਾ ਇੱਕ ਅੱਧਾ ਘਰ। ਮੈਨੂੰ ਯਾਦ ਆ ਰਹੇ ਸਾਰੇ, ਉਹਨਾਂ ਦੇ ਨਾਂ ਯਾਦ ਆ ਰਹੇ ਆ। ਔਰ ਉਹਨਾਂ ਦੇ ਮੁਕਾਬਲੇ ਜੱਟਾਂ ਦੇ ਕਿੰਨੇ? ਜੇ ਇਹਨਾਂ ਜਾਤੀਆਂ ਦੇ ਵਿੱਚੋਂ ਰਲਾ ਕੇ 100 ਦੇ ਵਿੱਚੋਂ 70 ਬੰਦੇ ਪੜ੍ਹੇ ਸੀ, 100 'ਚੋਂ 70 ਲਾਓ ਤੁਸੀਂ, ਤਾਂ ਜੱਟਾਂ ਦੇ ਵਿੱਚੋਂ ਤਾਂ ਉਹਦੇ 'ਚ 10 ਤੋਂ ਜ਼ਿਆਦਾ ਨਹੀਂ ਸੀ। ਉਹ ਤਾਂ ਬਹੁਤ ਪਿੱਛੇ ਖੜੇ ਸੀ। ਮੇਰਾ ਕਹਿਣ ਦਾ ਮਤਲਬ ਸਿਰਫ ਇਹ ਆ ਕਿ ਜਦੋਂ ਸਥਾਪਿਤ ਵਿਵਸਥਾ ਜਿਹੜੀ ਹੈ ਉਹ ਜੱਟਾਂ ਦੇ ਜਾਂ ਖੱਤਰੀਆਂ ਦੇ ਹੱਥ 'ਚ ਪੂਰੀ ਤਰ੍ਹਾਂ ਨਹੀਂ ਸੀ, ਤਾਂ ਜਿਨ੍ਹਾਂ ਦੇ ਹੱਥ 'ਚ ਵਿਵਸਥਾ ਆਈ ਉਹ ਬ੍ਰਾਹਮਣ ਤੇ ਜਿਹੜੇ ਖੱਤਰੀ ਸੀ, ਜਿਹੜੇ ਸਿੱਖ ਬਣ ਗਏ, ਮਹੰਤ ਬਣ ਗਏ, ਭਾਈ ਬਣ ਗਏ, ਢਾਡੀ ਬਣ ਗਏ, ਰਾਗੀ ਬਣ ਗਏ, ਕਥਾਕਾਰ ਬਣ ਗਏ, ਲੇਖਕ ਬਣ ਗਏ, ਸੂਰਜ ਪ੍ਰਕਾਸ਼ ਵਰਗੇ ਜਿਹੜੇ ਗ੍ਰੰਥ ਲਿਖੇ ਜਿਨ੍ਹਾਂ ਨੇ, 10 ਗ੍ਰੰਥ ਲਿਖਿਆ ਜਿਨ੍ਹਾਂ ਨੇ, ਉਹ ਲੋਕ ਕੌਣ ਸੀ? ਬ੍ਰਾਹਮਣ ਤੇ ਖੱਤਰੀ ਸੀ। ਅਸੀਂ ਮੰਨ ਸਕਦੇ ਹਾਂ ਕਿ ਉਸ ਵੇਲੇ ਅਸੀਂ ਕਸੂਰਵਾਰ ਨਹੀਂ ਸੀ, ਸਾਡਾ ਕੋਈ ਕਸੂਰ ਨਹੀਂ ਸੀ ਉਸ ਵੇਲੇ, ਕਿਉਂਕਿ ਅਸੀਂ ਤਾਂ ਪੜ੍ਹੇ ਹੀ ਨਹੀਂ ਸੀ, ਸਾਨੂੰ ਪੜ੍ਹਨ ਹੀ ਨਹੀਂ ਦਿੱਤਾ ਕਿਸੇ ਨੇ। ਪਰ ਜਦੋਂ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਮੌਕਾ ਮਿਲਿਆ ਪੜ੍ਹਨ ਦਾ, ਔਰ ਉਹ 2 ਆਦਮੀ ਭਾਰਤ ਦੇ ਪਹਿਲੇ ਦਲਿਤ ਪ੍ਰੋਫੈਸਰ ਬਣੇ ਲਾਹੌਰ ਕਾਲਜ ਦੇ ਵਿੱਚ, ਅੰਗਰੇਜ਼ੀ ਕਾਲਜ 'ਚ। ਭਾਰਤ ਦੇ 2 ਪਹਿਲੇ ਪ੍ਰੋਫੈਸਰ ਅੰਗਰੇਜ਼ੀ ਕਾਲਜ ਦੇ ਵਿੱਚ ਜਿਹੜੇ ਬਣੇ, ਉਹ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਔਰ ਪ੍ਰੋਫੈਸਰ ਗੁਰਮੁਖ ਸਿੰਘ ਬਣੇ। ਜਦੋਂ ਉਹਨਾਂ ਨੇ ਬਾਣੀ ਨੂੰ ਸਮਝਿਆ ਜਾਂ ਬਾਣੀ ਉਹਨਾਂ ਦੇ ਪੱਲੇ ਆਈ, ਤਾਂ ਉਹਨਾਂ ਨੇ ਬ੍ਰਾਹਮਣ ਨੂੰ ਤੇ ਖੱਤਰੀਆਂ ਨੂੰ, ਜਿਹੜੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਾਉਂਦੇ ਸੀ, ਉਹ ਗੋਡਿਆਂ ਥੱਲੇ ਲੈ ਲਏ ਸਾਰੇ। ਉਹਨਾਂ 2 ਆਦਮੀਆਂ ਨੇ ਹੀ ਸਾਰਿਆਂ ਨੂੰ ਗੋਡੇ ਥੱਲੇ ਲੈ ਲਿਆ। ਦੂਜੇ ਪਾਸੇ ਕੀ ਹੋਇਆ ਕਿ ਜਿਹੜੇ ਆਦਮੀ ਉਹਨਾਂ ਨੂੰ ਗੋਡੇ ਥੱਲੇ ਲਿਆ ਗਿਆ, ਜਿਨ੍ਹਾਂ ਨੂੰ, ਔਰ ਜਿਨ੍ਹਾਂ ਨੇ ਆਪਣੀ ਪੂਰੀ ਤਾਕਤ ਵਰਤ ਕੇ ਉਹਨਾਂ ਦੋਹਾਂ ਮਨੁੱਖਾਂ ਨੂੰ ਬੁਰੀ ਮੌਤ ਮਾਰਿਆ, ਉਹਨਾਂ ਲੋਕਾਂ ਨੇ ਦੁਬਾਰਾ ਕਬਜ਼ਾ ਕਰਕੇ ਜਾਤੀਵਾਦ, ਬ੍ਰਾਹਮਣਵਾਦ, ਵੇਦ ਸ਼ਾਸਤਰ, ਸਿਮਰਤੀਆਂ, ਬ੍ਰਾਹਮਣ, ਇਹ ਸਾਰੇ ਲਿਆ ਕੇ ਫਿਰ ਗੁਰਦੁਆਰੇ 'ਚ ਉਹਨਾਂ ਦਾ ਕਬਜ਼ਾ ਕਰਾਤਾ। ਮਹਾਰਾਜਾ ਰਣਜੀਤ ਸਿੰਘ ਦੀ ਛਤਰ ਛਾਇਆ 'ਚ ਕਰਾਇਆ, ਪਟਿਆਲੇ ਵਾਲੇ ਰਾਜਿਆਂ ਦੀ ਛਤਰ ਛਾਇਆ 'ਚ ਕਰਾਇਆ। ਜਾਣੀ ਜੇ ਸਿੱਖ ਧਰਮ ਦਾ ਬੇੜਾ ਗਰਕ ਹੋਇਆ ਤਾਂ ਉਹਦੇ 'ਚ 2 ਰਾਜਿਆਂ ਦਾ ਹੱਥ ਹੈ, ਇੱਕ ਪਟਿਆਲੇ ਵਾਲਿਆਂ ਦਾ ਔਰ ਦੂਸਰਾ ਮਹਾਰਾਜਾ ਰਣਜੀਤ ਸਿੰਘ ਦੀ ਵਿਵਸਥਾ ਦਾ। ਦੋਨੇ ਵਿਵਸਥਾਵਾਂ ਬ੍ਰਾਹਮਣਾਂ ਤੇ ਖੱਤਰੀਆਂ ਦੇ ਹੱਥ ਸੀ। ਦੋਨੇ ਵਿਵਸਥਾਵਾਂ ਇਹ ਖੱਤਰੀਆਂ ਤੇ ਇਹਨਾਂ ਦੇ ਹੱਥ ਸੀ। ਹੁਣ ਸਵਾਲ ਇਹ ਆ ਗਿਆ ਕਿ ਜਦੋਂ ਇਹਨਾਂ ਦੇ ਹੱਥ ਸੀ ਤਾਂ ਉਹਨਾਂ ਨੇ ਤਬਾਹੀ ਮਚਾਤੀ। ਫਿਰ 1947 ਆ ਗਿਆ, ਦੇਸ਼ ਆਜ਼ਾਦ ਹੋ ਗਿਆ, ਅਸੀਂ ਸਕੂਲ ਗਏ, ਅਸੀਂ 1970 ਤੱਕ ਭਾਰਤ ਦੀਆਂ ਸਾਰੀਆਂ ਡਿਗਰੀਆਂ ਹਾਸਲ ਕਰ ਲਈਆਂ। ਜੱਟਾਂ ਨੇ, ਤਖਾਣਾਂ ਨੇ, ਛੀਂਬਿਆਂ ਨੇ, ਨਾਈਆਂ ਨੇ, ਝੌਰਾਂ ਨੇ, ਜਲਾਹਿਆਂ ਨੇ, ਮਜਬੀਆਂ ਨੇ, ਚਮਾਰਾਂ ਨੇ, ਬੌਰੀਆਂ ਨੇ, ਜਿਹੜਾ ਵੀ ਬੰਦਾ ਮਾੜਾ ਜਿਹਾ ਬਾਹਰ ਨਿਕਲਿਆ
ਉਹਨੇ ਭਾਰਤ ਦੀਆਂ ਸਾਰੀਆਂ ਡਿਗਰੀਆਂ ਹਾਸਲ ਕਰ ਲਈਆਂ। ਔਰ ਇਹ ਸਾਰੇ ਦੇ ਸਾਰੇ 99 ਜਿਹੜੇ ਪ੍ਰਤੀਸ਼ਤ ਲੋਕ ਆ ਜਿਹੜੇ, ਇਹ ਸਾਰੇ ਬਾਣੀ ਨੂੰ ਮੱਥਾ ਟੇਕਣ ਵਾਲੇ ਬਣ ਗਏ। ਇਹਨਾਂ ਨੇ ਕਦੇ ਬਾਣੀ ਤੇ ਵਿਚਾਰ ਨਹੀਂ ਕੀਤਾ, ਕਦੇ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਬਸ ਮੱਥਾ ਟੇਕ ਲਿਆ, ਕੁਛ ਮੰਗ ਲਿਆ, ਦੁੱਧ ਮੰਗ ਲਿਆ, ਪੁੱਤ ਮੰਗ ਲਿਆ, ਘਰ ਮੰਗ ਲਿਆ, ਕਿਸੇ ਦਾ ਕੁਛ ਮੰਗ ਲਿਆ, ਕਿਸੇ ਦੇ ਦੁੱਖਾਂ ਦੀ ਉਹ ਨਿਵਾਰਨ ਮੰਗ ਲਿਆ। ਇਹ ਉਹ ਲੋਕ ਹੈ ਜਿਹੜੇ ਪੜ੍ਹਨ ਤੋਂ ਬਾਅਦ ਵੀ, ਡਿਗਰੀਆਂ ਲੈਣ ਤੋਂ ਬਾਅਦ ਵੀ ਗੋਡਿਆਂ ਪਰ ਨਹੀਂ ਰਹੇ। ਇਹਨਾਂ ਦਾ ਸਿਰ ਉੱਚਾ ਨਹੀਂ ਹੋਇਆ, ਇਹਨਾਂ ਦੀ ਖੋਪੜੀ ਨੇ ਕੰਮ ਨਹੀਂ ਕੀਤਾ। ਉਹਨਾਂ 'ਚੋਂ ਅਸੀਂ ਸੀ, ਉਹਨਾਂ 'ਚੋਂ ਮੈਂ ਵੀ ਸੀਗਾ। ਔਰ ਮੇਰੇ ਪਿੰਡ ਦੇ ਜ਼ਿਆਦਾ ਨਹੀਂ ਤਾਂ 30-40 ਬੰਦੇ ਸੀ ਅਸੀਂ, ਜੱਟ, ਤਖਾਣ, ਨਾਈ, ਛਿੰਬੇ, ਚੌਰ, ਮਜਬੀ, ਚਮਾਰ, ਜਲਾਹੇ। ਅਸੀਂ 30-40-50 ਆਦਮੀ ਸੀ ਜਿਹੜੇ ਚੰਗੀ ਥਾਂ ਚੰਗੀ ਵਿੱਦਿਆ ਲੈ ਸਕੇ। ਔਰ ਸਾਰੇ ਦੇ ਸਾਰੇ ਗੁਰਦੁਆਰੇ ਮੱਥਾ ਟੇਕਣ ਵਾਲੇ। ਇਸ ਦੌਰ ਦੇ ਵਿੱਚ ਜਦੋਂ ਮੈਨੂੰ ਸਮਝ ਲੱਗੀ ਬਾਣੀ ਦੀ, ਮੈਂ ਦੁਬਾਰਾ ਬਾਣੀ ਨੂੰ ਪੜ੍ਹਦਾ ਰਿਹਾ ਪਿਛਲੇ 30-40 ਸਾਲਾਂ 'ਚ। ਕਦੇ ਕਾਲਜ 'ਚ ਪੜ੍ਹਦਾ ਰਿਹਾ, ਕਦੇ ਮੈਂ ਗੁਰਦੁਆਰੇ 'ਚ ਪੜ੍ਹਦਾ ਰਿਹਾ, ਕਦੇ ਮੈਂ ਖੁਦ ਆਪਣੇ ਆਪ ਨੂੰ ਸਮਝਾਉਣ ਵਾਸਤੇ ਪੜ੍ਹਦਾ ਰਿਹਾ। ਤਾਂ ਉਹ ਮੇਰੇ ਕੰਮ ਆਇਆ। ਔਰ ਮੈਂ 1980 ਤੋਂ ਬਾਅਦ ਬਾਣੀ ਨੂੰ ਜਦੋਂ ਸਮਝਿਆ ਤਾਂ ਮੈਂ ਪਹਿਲੀ ਵਾਰ ਸਵਾਲ ਖੜਾ ਕੀਤਾ ਕਿ ਪਰਮਾਤਮਾ ਦਾ ਅਕਾਲ ਪੁਰਖ ਨਾਲ ਕੀ ਲੈਣਾ ਦੇਣਾ, ਆਤਮਾ ਦਾ ਸੁਰਗ ਨਾਲ, ਔਰ ਸੁਰਗ ਦਾ ਨਰਕ ਨਾਲ, ਨਰਕ ਦਾ ਰੱਬ ਨਾਲ, ਰੱਬ ਦਾ ਵਿਵਸਥਾ ਨਾਲ। ਇਹਦਾ ਤਾਂ ਲੈਣਾ ਦੇਣਾ ਹੀ ਕੁਛ ਨਹੀਂ। ਇਹ ਬਾਣੀ ਵਿਚਾਰਧਾਰਾ ਨੂੰ ਪੜ੍ਹੋਗੇ ਤਾਂ ਸਮਝ ਲੱਗ ਜਾਏਗਾ ਸਾਰਾ ਕੁਛ। ਉਹਦੀ ਰਚਨਾ ਹੀ ਅਲੱਗ ਹੈ। ਉਹ ਜਿਹੜੀ ਅਲੱਗ ਰਚਨਾ, ਉਹਦੇ ਗੁਣ ਹੈ ਜਿਹੜੇ, ਉਹ ਸਾਰੇ ਦੇ ਸਾਰੇ ਵਿਆਖਿਆ ਹੋਏ ਆ 1430 ਪੰਨਿਆਂ 'ਚ। ਤੇ ਸਿੱਖਾਂ ਨੇ ਕੀ ਕੀਤਾ, ਬ੍ਰਹਮ ਗਿਆਨੀਆਂ ਨੇ ਕੀ ਕੀਤਾ, ਆਪ ਅਕਾਲ ਪੁਰਖਾਂ ਨੇ ਕੀ ਕੀਤਾ। ਜਨਮ ਤੋਂ ਮੁਕਤ ਮਨੁੱਖਾਂ ਨੇ ਕੀ ਕੀਤਾ। ਉਹਨਾਂ ਨੇ ਸਾਰੇ ਚੱਕ ਕੇ ਸਿੱਖ ਹੈ ਜਿਹੜੇ, ਉਹ ਪਰਮਾਤਮਾ ਦੇ ਉਹ ਗੋਡੇ ਨਾਲ ਬੰਨ੍ਹਤੇ। ਅੱਜ ਪਰਮਾਤਮਾ ਸ਼ਬਦ ਬੋਲੇ ਬਿਨਾਂ ਸਿੱਖਾਂ ਨੂੰ ਰੋਟੀ ਹਜ਼ਮ ਨਹੀਂ ਆਉਂਦੀ। ਇਹਦਾ ਮਤਲਬ ਹੈ ਕਿ ਇਨਕਲਾਬ ਸਿੱਖਾਂ ਨੇ ਮੁੱਦਾ ਮਾਰਤਾ। ਜਿਹੜਾ ਇਨਕਲਾਬ ਸਿਰਫ ਅਕਾਲ ਪੁਰਖ ਤੇ ਪਰਮਾਤਮਾ ਤੇ ਹੀ ਟਿਕਿਆ ਹੋਇਆ ਸੀ, ਉਹਨੂੰ ਸਿੱਖਾਂ ਨੇ ਚੱਕ ਕੇ ਭਾਂਡਾ ਮੁੱਦਾ ਮਾਰਤਾ। ਜਾਣੀ ਸਿਰ ਹੈ ਜਿਹੜਾ, ਇਹ ਕੁਦਰਤ ਨੇ ਸਿੱਧਾ ਰੱਖਿਆ, ਇਹਨੂੰ ਚੱਕ ਕੇ ਮੁੱਦਾ ਮਾਰਤਾ। ਸਿੱਪੀ 'ਚ ਬੂੰਦ ਨਹੀਂ ਪੈਣ ਦਿੱਤੀ ਗਿਆਨ ਦੀ। ਵੱਡੇ ਵੱਡੇ ਡਿਗਰੀ ਹੋਲਡਰ ਮੱਥਾ ਟੇਕਣ ਤੋਂ ਬਿਨਾਂ ਕੱਖ ਨਹੀਂ ਜਾਣਦੇ। ਵੱਡੇ ਵੱਡੇ ਰੁਤਬੇਦਾਰ ਤੇ ਜਿਹੜੇ ਜਾਣਦੇ ਆ ਜਿਹੜੇ ਚੋੜੇਧਾਰੀ, ਇਹ ਮੱਥਾ ਟਿਕਾਉਣ ਤੋਂ ਬਿਨਾਂ ਕੁਛ ਨਹੀਂ ਜਾਣਦੇ। ਤੇ ਜੇ ਕੋਈ ਜਾਣਦਾ, ਉਹਦੇ ਮਗਰੇ ਡਾਂਗਾਂ ਲੈ ਕੇ, ਡਾਂਗਾਂ ਨੂੰ ਤੇਲ ਲਾ ਕੇ, ਰੈਂਗਲੇ ਲੈ ਕੇ ਐਂ ਮਗਰ ਪੈ ਜਾਂਦੇ ਵੀ ਜਿਵੇਂ ਕੋਈ ਭੂਤ ਨਾ ਵੜ ਗਿਆ ਹੋਵੇ ਆ ਕੇ, ਜਿਵੇਂ ਕੋਈ ਡਕੈਤ ਪੈ ਗਏ ਹੁਣ ਪਿੰਡ ਨੂੰ। ਇਹਨਾਂ ਵਾਸਤੇ ਜਿਹੜੇ ਸਮਝਦਾਰ ਮਨੁੱਖ ਹੈ, ਉਹ ਡਕੈਤਾਂ ਵਾਂਗ ਹੈ, ਭੂਤਨਿਆਂ ਵਾਂਗ ਹੈ, ਸਲੇਡਿਆਂ ਵਾਂਗ ਹੈ। ਕਿਲੇ 'ਚ ਰਹਿੰਦੇ, ਉਹ ਜਿਹੜੇ ਕਿਲੇ 'ਚ ਰਹਿੰਦੇ ਹੁੰਦੇ ਸੀ, ਪਤਾ ਨਹੀਂ ਕੀ ਕਹਿੰਦੇ ਸੀ ਉਹਨਾਂ ਨੂੰ, ਕਾਫੀ ਨਾਮ ਮਸ਼ਹੂਰ ਰਿਹਾ। ਉਹ ਡਰਾਈ ਰੱਖਦੇ ਸੀ ਲੋਕਾਂ ਨੂੰ, ਦਹਿਸ਼ਤ ਪਾਈ ਰੱਖਦੇ ਸੀ।
ਤਾਂ ਮੈਂ ਇਹ ਕਾਫੀ ਲੰਬਾ ਅਰਸਾ ਦੇਖਦਾ ਦੇਖਦਾ ਅਖੀਰ ਚੁੱਪ ਹੋ ਗਿਆ। ਕਿਉਂਕਿ ਚੁੱਪ ਹੋ ਕਰਾ ਦੇਣਾ ਇਹ ਸਿੱਖਾਂ ਦੇ ਵੱਸ ਦੀ ਗੱਲ ਹੈ। ਇਹ ਕਿਸੇ ਨੂੰ ਵੀ ਚੁੱਪ ਕਰਾ ਸਕਦੇ ਆ। ਹੋਰ ਕੁਛ ਹੋਵੇ ਨਾ ਹੋਵੇ, ਘੱਟੋ ਘੱਟ ਇਹ ਕਿਸੇ ਦੀ ਬੋਲਦੀ ਬੰਦ ਕਰ ਸਕਦੇ ਆ। ਸਿੱਖਾਂ ਕੋਲ ਇੱਕ ਗੁਣ ਤਾਂ ਬਹੁਤ ਵਧੀਆ ਹੈ ਕਿ ਕਿਸੇ ਦੀ ਵੀ ਬੋਲਦੀ ਬੰਦ ਕਰ ਦਿੰਦੇ ਆ। ਕੋਈ ਕਿਰਪਾਨਾਂ ਕੱਢ ਲਿਆਉਂਦਾ, ਕੋਈ ਡਾਂਗਾਂ ਕੱਢ ਲਿਆਉਂਦਾ, ਕੋਈ ਬੰਦੂਕਾਂ ਕੱਢ ਲਿਆਉਂਦਾ, ਦਾੜ ਦਾੜ ਹੁੰਦੀ ਹੈ ਤੇ ਸਾਰਾ ਕੁਝ ਚੁੱਪ-ਚਾਪ ਵਰਤ ਜਾਂਦਾ ਹੈ। ਹੁਣ ਜਦੋਂ ਪਛਿੰਦੇ ਨੂੰ ਮੈਂ ਪਿਛਲੇ ਕਈ ਚਿਰ ਤੋਂ ਕਦੇ ਕਦੇ ਜਦੋਂ ਸੁਣਦਾ ਤਾਂ ਅਕਾਲ ਪੁਰਖ, ਪਾਰ ਬ੍ਰਹਮ, ਏਕ ਓਂਕਾਰ ਵਰਗੇ ਸ਼ਬਦ ਉਹ ਬੋਲਦਾ ਸੁਣਦਾ ਤਾਂ ਮੈਨੂੰ ਸਕੂਨ ਆਉਂਦਾ ਹੈ, ਬੜੀ ਖੁਸ਼ੀ ਮਿਲਦੀ ਹੈ ਮੈਨੂੰ ਕਿ ਘੱਟੋ ਘੱਟ ਉਸ ਬੰਦੇ ਦੇ ਅੰਦਰ ਬਾਣੀ ਦਾ ਇਨਕਲਾਬ ਜਿਹੜਾ ਉਹਦੇ ਮੂਲ ਤੱਤ ਤਾਂ ਸਮਝ ਲੱਗੇ ਉਹਨੂੰ। ਭਾਵੇਂ ਮੈਂ ਇਹ ਨਹੀਂ ਕਹਿ ਸਕਦਾ ਕਿ ਬ੍ਰਾਹਮਣਵਾਦ ਨੂੰ ਛੱਡ ਕੇ ਉਹ ਪਾਸੇ ਖੜੋ ਗਿਆ, ਇਹ ਨਹੀਂ ਕਹਿ ਸਕਦਾ ਮੈਂ, ਪਰ ਮੈਂ ਇੰਨਾ ਕੁ ਜ਼ਰੂਰ ਕਹਿ ਸਕਦਾ ਕਿ ਜਦੋਂ ਬਾਣੀ ਦੇ ਪ੍ਰਸੰਗ ਦੇ ਵਿੱਚ ਉਹ ਪਰਮਾਤਮਾ ਦੀ ਥਾਂ 'ਤੇ ਅਕਾਲ ਪੁਰਖ, ਨਿਰੰਕਾਰ, ਇਹ ਜਿਹੜੇ ਸ਼ਬਦ ਪਾਰ ਬ੍ਰਹਮ ਹੈ ਵਗੈਰਾ ਇਹ ਸਾਰੇ ਵਰਤ ਕੇ ਜਦੋਂ ਆਪਣੀ ਗੱਲ ਕਹਿੰਦਾ ਤਾਂ ਨਿਸ਼ਚਿਤ ਹੀ ਉਹ ਬਾਣੀ ਦਾ ਅਨੁਸਾਰੀ ਬਣ ਕੇ ਖੜਾ ਹੋ ਜਾਂਦਾ। ਪਰ ਬਾਣੀ ਇਨਕਲਾਬ ਹੈ, ਬਾਣੀ ਨਾ ਤਾਂ ਬ੍ਰਾਹਮਣਵਾਦ ਹੈ ਔਰ ਨਾ ਬਾਣੀ ਝੱਖ ਮਾਰਨਾ। ਨਾ ਬਾਣੀ ਜਿਹੜੀ ਹੈਗੀ ਹੈ ਇਹ ਕੋਈ ਤੁਹਾਡੇ ਬੈਠਿਆਂ ਬਿਠਾਇਆ ਤੁਹਾਨੂੰ ਦਾਤਾਂ ਦੇਣ ਵਾਲੀ ਚੀਜ਼ ਹੈ। ਇਹ ਤਾਂ ਮਨੁੱਖ ਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ, ਕੁਦਰਤ ਦੇ ਗੁਣਾਂ ਦੇ ਅਧੀਨ ਉਹਨੂੰ ਸ਼ਕਤੀਸ਼ਾਲੀ ਬਣਾ ਕੇ ਖੜਾ ਕਰਦੀ ਹੈ ਔਰ ਖੜਾ ਕਰਕੇ ਉਹਨੂੰ ਇਹ ਸਿਖਾਉਂਦੀ ਹੈ ਕਿ ਤੂੰ ਬਹੁਤ ਸ਼ਕਤੀਸ਼ਾਲੀ ਚੀਜ਼ ਹੈ ਔਰ ਤੂੰ ਜੋ ਚਾਹੇ ਕਰ ਸਕਦਾ, ਤੇਰੇ ਅੰਦਰ ਹੈ ਸਾਰਾ ਕੁਛ। ਇਹ ਸਾਰਾ ਕੁਦਰਤ ਦਾ ਵਸਾਰਾ ਤੇਰੇ ਅੰਦਰ ਹੈ। ਜੋ ਬ੍ਰਹਮੰਡ ਚਾਹੋ ਤਾਂ ਉਹ ਪਿੰਡੇ 'ਚ ਹੈ ਤੇਰੇ 'ਚ, ਔਰ ਜੋ ਬ੍ਰਹਮੰਡ ਕਰ ਸਕਦਾ ਉਹ ਤੂੰ ਕਰ ਸਕਦਾ। ਤੇ ਬੰਦਾ ਕਰ ਵੀ ਰਿਹਾ। ਬੰਦੇ ਨੇ ਕੀਤਾ ਕੀ ਨਹੀਂ, ਇਹ ਵੀ ਦੱਸਦੇ ਨਾ ਬੰਦੇ ਨੇ ਕੀਤਾ ਕੀ ਨਹੀਂ, ਔਰ ਇਹ ਬਾਣੀ ਦੱਸ ਰਹੀ ਹੈ। ਤੇ ਜਿਹੜੇ ਲੋਕ ਬ੍ਰਹਮ ਗਿਆਨੀ ਹੈ, ਮੁਕਤੀ ਦਿੰਦੇ ਦਿੰਦੇ ਮਰ ਗਏ, ਇੱਕ ਮਰ ਗਿਆ, ਦੋ ਮਰ ਗਿਆ, ਚੌਥੀ ਪੀੜ੍ਹੀ ਮਰ ਗਈ, ਪੰਜਵੀਂ ਮਰ ਗਈ, ਛੇਵੀਂ ਮਰ ਗਈ, ਉਹਨਾਂ ਚੋਂ ਇੱਕ ਵੀ ਮੁਕਤ ਨਹੀਂ ਹੈ ਬੰਦਾ, ਇੱਕ ਵੀ। ਅਗਰ ਮੈਂ ਹੀ ਕਿਸੇ ਦੇ ਜਸ ਗਾਉਣੇ ਆ ਤੇ ਚਾਹੇ ਮੈਂ ਲੱਡੂ ਮਿੱਟੀ ਦੇ ਬਣਾ ਬਣਾ ਰੱਖੀ ਜਾਵਾਂ ਤੇ ਚਾਹੇ ਮੈਂ ਮੋਤੀਚੂਰ ਦੇ ਬਣਾ ਬਣਾ ਰੱਖੀ ਜਾਵਾਂ, ਉਹ ਤਾਂ ਮੇਰੀ ਮਰਜ਼ੀ ਆ। ਫਿਰ ਸਿੱਖ ਇਨਕਲਾਬ ਦਾ ਰੁਕ ਜਾਣਾ, ਸਿੱਖ ਇਨਕਲਾਬ ਦਾ ਜਾਣੀ ਇੱਕ ਤਰ੍ਹਾਂ ਮੁੜ ਜਾਣਾ, ਸਿੱਖ ਇਨਕਲਾਬ ਦਾ ਬੇਕਾਰ ਹੋ ਜਾਣਾ, ਔਰ ਸਿੱਖ ਇਨਕਲਾਬ ਦਾ ਸਿੱਖ ਨੂੰ ਸਿੱਖ ਬਣਨ ਤੋਂ, ਸਹੀ ਸਿੱਖ ਬਣਨ ਤੋਂ ਰੋਕੀ ਰੱਖਣਾ, ਇਹ ਸਿੱਖਾਂ ਦੇ ਕਰਕੇ ਹੋਇਆ ਹੈ। ਇਹਦੇ ਤੇ ਇੱਕ ਸਮਾਂ ਸੀ ਜਦੋਂ ਬ੍ਰਾਹਮਣ ਛਤਰੀ ਨੂੰ ਕਹਿ ਸਕਦੇ ਆ ਕਿ ਉਹਨੇ ਗੁਰਦੁਆਰੇ ਤੇ ਕਬਜ਼ਾ ਕਰਕੇ ਕੀਤਾ ਸਾਰਾ ਕੁਛ। ਪਰ ਜਦੋਂ ਵਿੱਦਿਆ ਆਈ, ਜਦੋਂ ਮਨੁੱਖ ਪੜ੍ਹਿਆ, ਡਿਗਰੀਆਂ ਲਈਆਂ, ਉਦੋਂ ਬਾਅਦ ਜਿੰਨਾ ਕੁਛ ਕੀਤਾ ਹੈ ਉਹ ਸਾਰਾ ਆਮ ਸਿੱਖਾਂ ਨੇ ਕੀਤਾ ਹੈ, ਜਿਨ੍ਹਾਂ ਦਾ ਅੱਜ ਕਬਜ਼ਾ ਵੀ ਹੈ ਔਰ ਜਿਨ੍ਹਾਂ ਦੇ ਜਕਾਰੇ ਵੀ ਚੱਲਦੇ ਆ ਔਰ ਜਿਨ੍ਹਾਂ ਦੀ ਸੱਤਾ ਵੀ ਜਿਨ੍ਹਾਂ ਦੇ ਹੱਥ 'ਚ ਹੈ ਔਰ ਜਿਨ੍ਹਾਂ ਦੇ ਅਕਾਲ ਤਖਤ ਵੀ ਹੱਥ 'ਚ ਹੈ, ਜਿਨ੍ਹਾਂ ਦੇ ਹੱਥ ਦੇ ਵਿੱਚ ਅਰਬਾਂ ਖਰਬਾਂ ਨਰਬਾਂ ਰੁਪਏ ਦੀ ਜਾਇਦਾਦ ਹੈ ਗੁਰਦੁਆਰਿਆਂ ਦੀ। ਇਹ ਉਹ ਲੋਕ ਸਾਰੇ ਦੇ ਸਾਰੇ ਜਿੰਨੇ ਇਸ ਵਿਵਸਥਾ ਦੇ ਉੱਤੇ ਕਾਬਜ਼ ਹੋ ਗਿਆ, ਉਹਨਾਂ ਨੇ ਸਿੱਖ ਇਨਕਲਾਬ ਨੂੰ ਰੋਕਣ 'ਚ ਸਭ ਤੋਂ ਵੱਡਾ ਹਿੱਸਾ
ਪਾਇਆ ਔਰ ਜਿਨ੍ਹਾਂ ਲੋਕਾਂ ਨੇ ਇਨਕਲਾਬ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਬ੍ਰਾਹਮਣਵਾਦ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਸਿੱਖਾਂ ਨੇ ਉਹਨਾਂ ਨਾਲ ਤਲਵਾਰਾਂ ਨਾਲ, ਬੰਦੂਕਾਂ ਨਾਲ, ਡਾਂਗਾਂ ਨਾਲ ਨਿਪਟਿਆ ਹੈ ਔਰ ਉਹ ਅਸੀਂ ਬਚਪਨ ਤੋਂ ਦੇਖਦੇ ਤੁਰੇ ਆਏ ਹਾਂ। ਮੈਂ ਛਿੰਦੇ ਦਾ ਧੰਨਵਾਦ ਕਰਦਾ ਹਾਂ ਕਿ ਉਸ ਛੋਟੇ ਭਰਾ ਨੇ ਮੇਰੇ ਨੇ ਚਲੋ ਮੇਰੀ ਇੱਕ ਗੱਲ ਸਮਝੀ, ਸ਼ਾਇਦ ਉਹ ਹੋਰ ਸਹੀ ਸਮਝਣ ਦਾ ਯਤਨ ਕਰੇ। ਇਹਨਾਂ ਸ਼ਬਦਾਂ ਨਾਲ ਹੀ ਮੈਂ ਆਪਣੀ ਗੱਲ ਸਮਾਪਤ ਕਰਦਾ ਹੈ। ਇੰਨੇ ਸ਼ਬਦਾਂ ਨਾਲ ਅਗਰ ਤੁਹਾਨੂੰ ਮੇਰੀ ਕੋਈ ਇੱਕ ਵੀ ਗੱਲ ਸਮਝ ਲੱਗ ਜਾਏ ਜਾਂ ਬਾਣੀ ਦੀ ਇੱਕ ਵੀ ਗੱਲ ਤੁਹਾਡੇ ਪੱਲੇ ਪੈ ਜਾਏ, ਤਾਂ ਤੁਸੀਂ ਇਹ ਸਮਝਣਾ ਕਿ ਬ੍ਰਾਹਮਣਵਾਦ ਤੋਂ ਇੱਕ ਮੁਕਤ ਕਦਮ ਤੁਸੀਂ ਚੁੱਕ ਲਿਆ। ਤੁਸੀਂ ਆਪਣੀ ਆਜ਼ਾਦੀ ਦਾ, ਆਪਣੀ ਮੁਕਤੀ ਦਾ ਪਹਿਲਾ ਕਦਮ ਹੈ ਜਿਹੜਾ ਉਹ ਚੁੱਕ ਲਿਆ। ਹਜ਼ਾਰਾਂ ਸਾਲ ਤੋਂ ਜਿਹਦੇ ਤੁਸੀਂ ਗੁਲਾਮ ਹੈ ਉਹਦੇ ਤੋਂ ਤੁਸੀਂ ਮੁਕਤ ਹੋਣ ਵੱਲ ਤੁਰ ਪਏ। ਤਾਂ ਇੰਨੇ ਸ਼ਬਦਾਂ ਨਾਲ ਹੀ ਮੈਂ ਆਪਣੀ ਗੱਲ ਬੰਦ ਕਰਦਾ। ਜੈ ਭੀਮ, ਜੈ ਭਾਰਤ, ਗੁਰੂ ਫਤਿਹ, ਨਮੋ ਬੁੱਧਾ।